ਵੈਲਕਮ ਬੈਕ ਟੂ ਆਲ ਮਾਈ ਵਿਊਵਰਸ ਔਨ ਮਾਈ YouTube ਚੈਨਲ। ਅੱਜ ਦਾ ਜਿਹੜਾ ਸੈਸ਼ਨ ਆ, ਜਿਹੜਾ ਕਿ ਬੱਚਿਆਂ ਨੇ ਮੈਨੂੰ ਬਹੁਤ ਵਾਰ ਕਮੈਂਟ ਕਰਕੇ ਕਿਹਾ ਵੀ ਸਰ ਸਾਡਾ ਸਿਲੇਬਸ ਕੰਪਲੀਟ ਕਰਾ ਦਿਓ, ਸਿਲੇਬਸ ਕੰਪਲੀਟ ਕਰਵਾ ਦਿਓ। ਤਾਂ ਉਸ ਸਿਲੇਬਸ ਨੂੰ ਕੰਪਲੀਟ ਕਰਾਉਣ ਦੇ ਰਿਗਾਰਡਿੰਗ ਹੀ ਹੈ, ਜਿਹਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀਆਂ ਲਾਈਫ ਕ੍ਰੀਏਸ਼ਨ ਅਤੇ ਖਾਲਸਾ ਪੰਥ ਦੀ ਸਥਾਪਨਾ ਅਤੇ ਹਿਸ ਪਰਸਨੈਲਿਟੀ ਪਾਰਟ ਫਸਟ, ਜਿਹੜਾ ਕਿ ਹਿਸਟਰੀ ਦਾ ਇੱਕ ਚੈਪਟਰ ਆ, 5th ਚੈਪਟਰ ਆ, ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ। 4 ਚੈਪਟਰ ਜਿਹੜੇ ਨੇ ਉਹ ਅਸੀਂ ਡਿਸਕਸ ਕਰ ਚੁੱਕੇ ਹਾਂ ਹਿਸਟਰੀ ਦੇ। ਅੱਜ ਅਸੀਂ ਜਿਹੜਾ 5ਵਾਂ ਚੈਪਟਰ ਆ ਉਹਦੇ ਬਾਰੇ ਡਿਸਕਸ ਕਰਾਂਗੇ। ਇਹਦੇ ਵਿੱਚ ਮੈਂ ਸਿਰਫ ਜਸਟ ਵੈਰੀ ਸ਼ਾਰਟ ਕੁਐਸਚਨ ਆਨਸਰ ਡਿਸਕਸ ਕਰ ਰਿਹਾ ਹਾਂ। ਇਸ ਤੋਂ ਬਾਅਦ ਮੈਂ ਹੁਣ ਜਿਹੜੇ SST ਦੀ ਰਿਵੀਜ਼ਨ ਸੈਸ਼ਨ ਸਟਾਰਟ ਕੀਤੇ ਹੋਏ ਸੀਗੇ, ਅਤੇ ਅੱਜ ਮੈਂ ਇੱਕ ਇੰਪੋਰਟੈਂਟ ਕੁਐਸਚਨ ਆਨਸਰ ਦੀ ਇੱਕ ਵੀਡੀਓ ਪਾਈ ਹੈ, ਤਾਂ ਤੁਸੀਂ ਬੱਚੇ ਉਹਨੂੰ ਵੀ ਦੇਖ ਸਕਦੇ ਹੋ ਅਤੇ ਉਹਨੂੰ ਵੀ ਲਰਨ ਕਰ ਸਕਦੇ ਹੋ ਜਾਂ ਉਹਨੂੰ ਟਿਕ ਕਰ ਸਕਦੇ ਹੋ। ਕੁਐਸਚਨ ਆਨਸਰ ਜਿਹੜੇ ਤੁਸੀਂ ਕਾਪੀ ਦੇ ਵਿੱਚ ਲਿਖੇ ਹੋਏ ਨੇ, ਬਹੁਤ ਵਾਰ ਰਿਪੀਟਡ ਕੁਐਸਚਨ ਸੀਗੇ, ਤਾਂ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਅਤੇ ਤੁਸੀਂ ਸਾਰੇ ਬੱਚਿਆਂ ਨੇ ਉਹਨੂੰ ਵੀ ਦੇਖਣਾ ਵਾ। ਸਟਾਰਟ ਕਰਦੇ ਹਾਂ ਅੱਜ ਦੇ ਇੰਟਰਸਟਿੰਗ ਸੈਸ਼ਨ ਨੂੰ, ਅਤੇ ਅਸੀਂ ਜਾਣਦੇ ਹਾਂ ਪੰਜਾਬ ਦੇ ਇਤਿਹਾਸ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੇਣ ਜਿਹੜਿਆਂ ਦੇ ਨਾਲ ਕੀ ਆ, ਅਸੀਂ ਜਿਹੜੇ ਸਿੱਖ ਜਾਂ ਅਸੀਂ ਪੰਜਾਬੀ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਮਸ਼ਹੂਰ ਹੋਏ, ਵਰਲਡ ਵਾਈਡ ਫੇਮਸ ਹੋਏ। ਉਹਦਾ ਰੀਜ਼ਨ ਕੀ ਸੀਗਾ? ਗੁਰੂ ਗੋਬਿੰਦ ਸਿੰਘ ਜੀ ਦੀਆਂ ਦਿੱਤੀਆਂ ਗਈਆਂ ਸਿੱਖਿਆਵਾਂ। ਸਟਾਰਟ ਕਰਦੇ ਹਾਂ। ਦੇਖੋ, ਪਹਿਲਾ ਕੁਐਸਚਨ ਹੈਗਾ ਵੈਨ ਐਂਡ ਵੇਅਰ ਦੀ ਗੁਰੂ ਗੋਬਿੰਦ ਰਾਏ ਜੀ ਵਾਜ਼ ਬੋਰਨ ਐਂਡ ਰਾਈਟ ਦੇਅਰ ਨੇਮਸ ਆਫ ਹਿਸ ਪੇਰੈਂਟਸ। ਹੁਣ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸਿੱਖਣ ਵਾਲੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਜਿਹੜਾ ਸੀ ਉਹ ਗੋਬਿੰਦ ਰਾਏ ਜੀ ਸੀਗਾ। 1699 ਈਸਵੀ ਦੇ ਵਿੱਚ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਆਪਣੇ ਨਾਮ ਦੇ ਨਾਲ ਸਿੰਘ ਲਾਇਆ। ਸਿੰਘ ਦਾ ਮਤਲਬ ਕੀ ਸੀਗਾ? ਲਾਇਨ ਜਾਂ ਸ਼ੇਰ। ਅਤੇ ਕੁੜੀਆਂ ਦੇ ਨਾਮ ਦੇ ਪਿੱਛੇ ਕੀ ਲਗਵਾਇਆ ਉਹਨਾਂ ਨੇ? ਕੌਰ। ਤਾਂ ਜਿਹੜੀਆਂ ਕੀ ਹੁੰਦੀਆਂ ਨੇ ਸ਼ੇਰਨੀਆਂ ਜਾਂ ਨਿਡਰ ਔਰਤਾਂ। ਠੀਕ ਹੈ ਜੀ। ਇਹਦੇ ਨਾਲ ਉਹਨਾਂ ਨੇ ਇੱਕ ਅਲੱਗ ਤੋਂ ਜਜ਼ਬਾ ਭਰਿਆ ਸੀ ਸਿੱਖ ਕੌਮ ਦੇ ਲੋਕਾਂ ਦੇ ਵਿੱਚ। ਤਾਂ ਇਹ ਬਾਰੇ ਅੱਗੇ ਪੜ੍ਹਾਂਗੇ। ਦੇਖੋ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਸੀ ਉਹ ਕਦੋਂ ਹੋਇਆ ਸੀ? ਦਸੰਬਰ 22 1666 ਦੇ ਵਿੱਚ ਹੋਇਆ ਸੀਗਾ। ਕਿੱਥੇ ਹੋਇਆ ਸੀ? ਪਟਨਾ ਦੇ ਵਿੱਚ। ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੀ ਸੀਗਾ? ਗੁਰੂ ਤੇਗ ਬਹਾਦਰ ਜੀ, ਜਿਹੜੇ ਕਿ 9ਵੇਂ ਗੁਰੂ ਸੀਗੇ ਸਿੱਖਾਂ ਦੇ, ਅਤੇ ਉਹਨਾਂ ਦਾ ਮਾਤਾ ਜੀ ਦਾ ਨਾਮ ਸੀ ਮਾਤਾ ਗੁਜਰੀ ਜੀ। ਤਾਂ ਇਹ ਯਾਦ ਰੱਖਣਾ ਆ। ਤਾਂ ਉਸ ਤੋਂ ਬਾਅਦ ਹੈ ਵਿਚ ਗੇਮ ਪਲੇਡ ਬਾਏ ਦੀਆਂ ਗੁਰੂ ਜੀ ਇਨ ਦੀਆਂ ਚਾਈਲਡਹੁੱਡ ਪਟਨਾ। ਜਦੋਂ ਉਹ ਪਟਨਾ ਦੇ ਵਿੱਚ ਸੀਗੇ ਤਾਂ ਕਿਹੜੇ ਗੇਮਸ ਪਲੇ ਕਰਦੇ ਸੀ? ਦੇਖੋ, ਪਲੇ ਕਰਦੇ ਸੀ ਮੌਕ ਬੈਟਲਸ, ਯਾਨੀ ਕਿ ਇੱਕ ਲੜਾਈ ਦਾ ਇੱਕ ਤਰ੍ਹਾਂ ਦਾ ਨਮੂਨਾ ਜਾਂ ਤੁਸੀਂ ਕਹਿ ਦਿਓ ਵੀ ਆਪਣੇ ਦੋਸਤਾਂ ਦੇ ਨਾਲ ਇੱਕ ਝੂਠੀ ਮੁੱਠੀ ਦੀਆਂ ਲੜਾਈਆਂ ਲੜਦੇ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਪਲੇਡ ਦੀ ਆ ਗੇਮ ਆਫ ਜਸਟਿਸ ਇਨ ਦੀ ਆ ਮੌਕ ਕੋਰਟ ਅਲੋਂਗ ਵਿਦ ਹਿਸ ਪਲੇਮੇਟਸ। ਅਤੇ ਜਿਹੜੇ ਹੁਣ ਉਹਨਾਂ ਦੇ ਨਾਲ ਜਿਹੜੇ ਪਰਸਨ ਸੀਗੇ ਜਿਨ੍ਹਾਂ ਨਾਲ ਉਹ ਖੇਡਦੇ ਹੁੰਦੇ ਸੀ, ਤਾਂ ਉਹਨਾਂ ਨਾਲ ਇੱਕ ਨਿਆਂ ਵਾਲੀ ਕੋਰਟ ਬਣਾਉਂਦੇ ਹੁੰਦੇ ਸੀ। ਉਹਦਾ ਵੀ ਇੱਕ ਮੌਕ ਕੋਰਟ ਬਣਾਉਂਦੇ ਸੀ ਜਾਂ ਇੱਕ ਨਕਲੀ ਜਿਹੀ ਕੋਰਟ ਬਣਾ ਕੇ ਉਹ ਸਾਰਿਆਂ ਨੂੰ ਕੀ ਸੀ? ਜਸਟਿਸ ਪ੍ਰੋਵਾਈਡ ਕਰਦੇ ਸੀ, ਨਿਆਂ ਪ੍ਰੋਵਾਈਡ ਕਰਦੇ ਸੀ। ਗੁਰੂ ਸਾਹਿਬ ਔਰਗਨਾਈਜ਼ ਦੀ ਆ ਰੈਸਲਿੰਗ ਬੂਟਸ ਐਂਡ ਰੇਸਿੰਗ ਡਿਊਰਿੰਗ ਟੂ ਦੀ ਆ ਹਿਸ ਚਾਈਲਡਹੁੱਡ ਐਟ ਪਟਨਾ। ਜਦੋਂ ਛੋਟੇ ਸੀਗੇ ਪਟਨਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਕੀ ਸੀਗਾ? ਰੈਸਲਿੰਗ, ਕੁਸ਼ਤੀਆਂ ਲੜਨੀਆਂ। ਅਤੇ ਦੂਜਾ ਕੀ ਸੀਗਾ? ਰੇਸਿੰਗ ਦੇ ਵਿੱਚ ਵੀ ਚਾਈਲਡਹੁੱਡ ਦੇ ਟਾਈਮ ਪਟਨਾ ਦੇ ਵਿੱਚ ਇਹੋ ਜਿਹੇ ਕੰਮ ਜਿਹੜੇ ਸੀ ਉਹ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਹੈ ਨੇਮ ਆਫ ਦੀ ਆ ਟੀਚਰ ਫਰੋਮ ਵੂਮ ਦੀ ਆ ਗੁਰੂ ਗੋਬਿੰਦ ਰਾਏ ਜੀ ਰਿਸੀਵਡ ਹਿਜ਼ ਐਜੂਕੇਸ਼ਨ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਨਾਂ ਤੋਂ ਆਪਣੀ ਜਿਹੜੀ ਐਜੂਕੇਸ਼ਨ ਸੀ ਉਹ ਪ੍ਰੋਵਾਈਡ ਕੀਤੀ ਜਾਂ ਉਹਨਾਂ ਤੋਂ ਲਈ? ਫਸਟ ਸੀਗੇ ਮੀਰ ਕਾਜੀ ਸੀਗੇ, ਕਾਜੀ ਮੀਰ ਮੁਹੰਮਦ। ਫਿਰ ਉਸ ਤੋਂ ਬਾਅਦ ਪੰਡਿਤ ਹਰਜਸ। ਫਿਰ ਰਾਜਪੂਤ ਸੀਗੇ ਬਜਰ ਸਿੰਘ ਅਤੇ ਭਾਈ ਸਾਹਿਬ ਸਿੰਘ ਚੰਦ ਜਿਹੜੇ ਸੀਗੇ ਉਹਨਾਂ ਤੋਂ, ਅਤੇ ਭਾਈ ਸਤੀ, ਇੱਥੇ ਮਤੀਦਾਸ ਆ ਗਿਆ, ਵੈਸੇ ਉੱਥੇ ਸਤੀਦਾਸ ਆਉਣਾ ਸੀ ਜੀ। ਸਤੀਦਾਸ ਜੀ ਤੋਂ ਉਹਨਾਂ ਨੇ ਕੀ ਆ ਐਜੂਕੇਸ਼ਨ ਲਈ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਪ੍ਰੋਬਲਮ ਆਫ ਦੀ ਕਸ਼ਮੀਰੀ ਪੰਡਿਤ, ਹਾਊ ਡਿਡ ਦੀ ਗੁਰੂ ਤੇਗ ਬਹਾਦਰ ਜੀ ਸੋਲਵ ਇਟ। ਵੀ ਕਸ਼ਮੀਰੀ ਪੰਡਿਤ ਜਿਹੜੇ ਸੀਗੇ ਉਹਨਾਂ ਨੂੰ ਕਿਹੜੀ ਤਰ੍ਹਾਂ ਦੀ ਪ੍ਰੋਬਲਮ ਸੀ ਅਤੇ ਗੁਰੂ ਤੇਗ ਬਹਾਦਰ ਜੀ ਯਾਨੀ ਕਿ 9ਵੇਂ ਪਾਤਸ਼ਾਹੀ ਜੀ ਨੇ ਉਹਨਾਂ ਦੀ ਕਿਸ ਤਰੀਕੇ ਨਾਲ ਸੋਲਵ ਕੀਤੀ। ਦੇਖੋ, ਉਸ ਸਮੇਂ ਜਿਹੜਾ ਸੀਗਾ ਦੌਰ ਦੇ ਵਿੱਚ ਜਿਹੜੇ ਸੀਗੇ 1600 ਤੋਂ ਲੈ ਕੇ 1700 ਤੱਕ ਜਿਹੜੇ ਸੀ ਔਰੰਗਜ਼ੇਬ ਜਿਹੜਾ ਸੀਗਾ ਮੁਗਲਾਂ ਦਾ ਸ਼ਾਸਕ ਰਿਹਾ ਹੈ। ਇਹ ਸਭ ਤੋਂ ਜ਼ਿਆਦਾ ਕਰੂਰ ਜਾਂ ਤੁਸੀਂ ਕਹਿ ਦਿਓ ਕਰੂਅਲ ਪਰਸਨ ਸੀਗਾ। ਇਹ ਚਾਹੁੰਦਾ ਸੀ ਵੀ ਉਹਨਾਂ ਨੇ ਫੋਰਸਫੁਲੀ ਜਿਹੜੇ ਕਸ਼ਮੀਰੀ ਪੰਡਿਤ ਸੀਗੇ ਉਹਨਾਂ ਨੂੰ ਚੇਂਜ ਕਰਨਾ ਚਾਹੁੰਦਾ ਸੀ ਇਸਲਾਮ ਦੇ ਵਿੱਚ। ਅਤੇ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਿਤ ਆਏ ਆਪਣੇ ਧਰਮ ਦੀ ਰੱਖਿਆ ਦੇ ਲਈ, ਅਤੇ ਗੁਰੂ ਜੀ ਨੇ ਲੱਗਿਆ ਵੀ ਇਹ ਸਭ ਤੋਂ ਜ਼ਿਆਦਾ ਜਿਹੜਾ ਵਾ ਇਨਜਸਟਿਸ ਆ, ਜਾਣੀ ਕਿ ਉਸ ਦੁਆਰਾ ਨਿਆਂ ਕੀਤਾ ਜਾ ਰਿਹਾ ਵਾ ਅਤੇ ਉਸ ਚੀਜ਼ ਨੂੰ ਖ਼ਤਮ ਕਰਨ ਦੀ ਲੋੜ ਆ। ਤਾਂ ਉਹਨਾਂ ਨੇ ਕਿਹਾ ਵੀ ਕਿਸੇ ਨਾ ਕਿਸੇ ਪਰਸਨ ਨੂੰ ਆਪਣੀ ਜਿਹੜੀ ਲਾਈਫ ਆ ਉਹ ਸੈਕਰੀਫਾਈਸ ਕਰਨੀ ਪਊਗੀ। ਉਸ ਤੋਂ ਬਾਅਦ ਹੈ ਅਤੇ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਜਿਹੜੀ ਲਾਈਫ ਆ ਉਹ ਸੈਕਰੀਫਾਈਸ ਕੀਤੀ ਸਿਰਫ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ। ਉਸ ਤੋਂ ਬਾਅਦ ਹੈ ਨੇਮ ਆਫ ਦੀ ਫਾਊਂਟ ਕੰਸਟਰਕਟਡ ਬਾਏ ਦੀ ਗੁਰੂ ਗੋਬਿੰਦ ਸਿੰਘ ਜੀ ਆਫਟਰ ਹਿਜ਼ ਵਿਕਟਰੀ ਆਫ ਟੂ ਦੀ ਭਾਨੀਗੜ੍ਹ। ਜਿਹੜਾ ਸੀਗਾ ਉਹਨਾਂ ਦੀ ਭਗਵਾਨੜੀ ਜਿਹੜਾ ਸੀਗਾ ਉੱਥੇ ਜਿੱਤ ਤੋਂ ਬਾਅਦ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨਾਂ ਨੇ ਕਿਹੜੇ ਕਿਲੇ ਜਿਹੜੇ ਨੇ ਉਹ ਸਾਰੇ ਸੀਗੇ ਉਹਨਾਂ ਨੇ ਫਾਊਂਟ ਬਣਾਏ। ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਦੇ ਜਿਹੜੇ ਸੀਗੇ ਉਹਨਾਂ ਨੇ
ਉਸਾਰੀ ਕਰਵਾਈਆਂ ਕਿਲ੍ਹਿਆਂ ਦੀਆਂ ਜਦੋਂ ਉਹਨਾਂ ਨੇ ਇਹ ਬੈਟਲ ਲੜੀ 1690 ਦੇ ਵਿੱਚ ਐਟ ਅਨੰਦਪੁਰ ਸਾਹਿਬ ਦੇ ਵਿੱਚ, ਅਤੇ ਉੱਥੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਿਲ੍ਹੇ ਜਿਹੜੇ ਸੀ ਉਹ ਬਣਵਾਉਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਹੈ ਰਾਈਟ ਦੀਆਂ ਨੇਮ ਆਫ ਟੂ ਦੀਆਂ ਪੰਜ ਪਿਆਰੇ। ਜਿਹੜੇ ਪੰਜ ਪਿਆਰੇ ਸੀਗੇ ਉਹਨਾਂ ਦੇ ਕਿਹੜੇ ਕਿਹੜੇ ਕੀ ਨਾਮ ਸੀਗੇ? ਭਾਈ ਦਇਆ ਜੀ, ਭਾਈ ਧਰਮ ਜੀ, ਭਾਈ ਮੋਹਕਮ ਜੀ, ਭਾਈ ਸਾਹਿਬ ਜੀ, ਭਾਈ ਹਿੰਮਤ ਸਿੰਘ। ਇਹ ਜਿਹੜੇ ਮੇਨ ਸੀਗੇ ਪੰਜ ਪਿਆਰੇ ਮੰਨੇ ਗਏ ਨੇ। ਜਦੋਂ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਕੀ ਆ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਅਤੇ ਉਹਦੇ ਵਿੱਚ ਪੰਜ ਪਿਆਰਿਆਂ ਦੇ ਬਲੀਦਾਨ ਦੀ ਕਿਰਪਾਲਤਾ ਕੀਤੀ ਸੀ ਜਾਂ ਮੰਗਿਆ ਸੀਗਾ, ਤਾਂ ਉਹਨਾਂ ਵਿੱਚੋਂ ਆ ਪੰਜ ਪਿਆਰੇ ਨਿਕਲੇ ਸੀ, ਅਤੇ ਇਹਨਾਂ ਨੂੰ ਨਾਮ ਦਿੱਤਾ ਗਿਆ ਪੰਜ ਪਿਆਰਿਆਂ ਦਾ। ਉਸ ਤੋਂ ਬਾਅਦ ਹੈ ਹਾਊ ਡਿਡ ਦੀ ਗੁਰੂ ਗੋਬਿੰਦ ਸਿੰਘ ਜੀ ਰਿਟੇਨ ਹਿਜ਼ ਮੈਟਰਡਮ, ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿਹੜੀ ਸ਼ਹਾਦਤ, ਜਦ ਤੁਸੀਂ ਕਹਿ ਦਿਓ ਵੀ ਉਹਨਾਂ ਦੀ ਜਦੋਂ ਜੋਤੀ ਜੋਤ ਕਿਵੇਂ ਸਮਾਏ ਸੀ। ਗੁਰੂ ਗੋਬਿੰਦ ਸਿੰਘ ਜੀ ਵਾਜ਼ ਵੀ ਉਹ ਟੂਰ ਕਰ ਰਹੇ ਸੀਗੇ ਸਾਊਥ ਇੰਡੀਆ ਦਾ 1708 ਦੇ ਵਿੱਚ, ਤਾਂ ਗੁਰੂ ਸਾਹਿਬ ਜੀ ਦੇ ਵਿੱਚ ਸਟੇਡ ਐਟ ਨੰਦੜ, ਵੀ ਨੰਦੇੜ ਦੇ ਵਿੱਚ ਰੁਕੇ ਸੀ, ਜਿਹੜਾ ਮਹਾਰਾਸ਼ਟਰ ਦੇ ਵਿੱਚ ਆ, ਉੱਥੇ ਸਮ ਟਾਈਮ ਦੇ ਲਈ। ਅਤੇ ਉੱਥੇ ਇੱਕ ਪਠਾਨ ਜਿਹੜਾ ਸੀਗਾ ਉਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਅਟੈਕ ਕੀਤਾ, ਅਤੇ ਇਨਫੈਕਟਡ ਦੀ ਫੋਰ ਸੈਵਰਲ ਇੰਜਰਸ ਟੂ ਹਿਜ਼ ਸਟਮਚ ਵਿਦ ਹਿਜ਼ ਡਾਗਰ, ਵੀ ਉਹਨੇ ਆਪਣੇ ਚੂਰੇ ਦੇ ਨਾਲ ਗੁਰੂ ਜੀ ਦੇ 4 ਵਾਰ ਹਮਲਾ ਕੀਤਾ ਉਹਨਾਂ ਦੇ ਢਿੱਡ ਦੇ ਵਿੱਚ, ਅਤੇ ਇਸੇ ਕਰਕੇ ਫਾਈਨਲੀ ਦੀ ਯੂਨੀਅਨ ਆਫ ਡਿਵਾਈਨ ਪਾਵਰ of the some time after their incidents of the October 7 2017 8 ਦੇ ਵਿੱਚ ਉਹਨਾਂ ਦੀ ਜਿਹੜੇ ਜੋਤੀ ਜੋਤ ਸਮਾ ਗਏ ਸੀ ਇਹ ਮਹਾਨ ਆਤਮਾ ਜਿਹੜੀ ਸੀਗੀ। ਤਾਂ ਇਸ ਤੋਂ ਬਾਅਦ ਜਿਹੜਾ ਸੀ ਸਿੱਖ ਧਰਮ ਦਾ ਜਿਹੜਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਹੈ 8 ਵਿਚ ਬਾਣੀਜ਼ ਹੈਵ ਰਿਕਟ ਵਾਈਲਿੰਗ ਟੂ ਪ੍ਰਪੇਅਰਿੰਗ ਦੀ ਖੰਡੇ ਦੀ ਪੌੜ, ਵੀ ਖੰਡੇ ਦੀ ਪੌੜ ਜਿਹੜੀ ਸੀਗੀ ਉਹਦੀ ਪੌਲ ਦੀ ਜਿਹੜੀ ਸਥਾਪਨਾ ਸੀਗੀ ਉਹਨੂੰ ਕਰਨ ਦੇ ਲਈ ਕਿਹੜੀਆਂ 5 ਬਾਣੀਆਂ ਜਿਹੜੀਆਂ ਨੇ ਉਹ ਹਮੇਸ਼ਾ ਪੜ੍ਹੀਆਂ ਜਾਂਦੀਆਂ ਨੇ। ਉਹਦੇ ਵਿੱਚ ਜਪਜੀ ਸਾਹਿਬ ਆ, ਅਨੰਦਪੁਰ ਸਾਹਿਬ ਆਈ, ਜਪ ਸਾਹਿਬ ਆ, ਅਤੇ ਉਸ ਤੋਂ ਬਾਅਦ ਹੈ ਸਵੇਗੇ ਸਾਹਿਬ, ਅਤੇ ਉਸ ਤੋਂ ਬਾਅਦ ਸਾਡੇ ਕੋਲ ਹੈ ਚਪੋਈ ਸਾਹਿਬ। ਜਿਹੜੇ ਮੇਨ ਜਿਹੜੇ ਨੇ ਇਹ 5 ਜਿਹੜੀਆਂ ਬਾਣੀਆਂ ਨੇ ਉਹ ਪੜ੍ਹੀਆਂ ਜਾਂਦੀਆਂ ਨੇ ਜਦੋਂ ਵੀ ਅਸੀਂ ਕੀ ਆ ਖੰਡੇ ਦੀ ਪੌਲ ਤਿਆਰ ਕੀਤੀ ਜਾਂਦੀ ਆ। ਉਸ ਤੋਂ ਬਾਅਦ ਹੈ ਵੈਨ ਐਂਡ ਵੇਅਰ ਵਾਸ ਦੀ ਖਾਲਸਾ ਕ੍ਰੀਏਟਡ, ਖਾਲਸਾ ਕਿੱਥੇ ਕ੍ਰੀਏਟ ਕੀਤਾ ਗਿਆ ਸੀ ਅਤੇ ਕਦੋਂ ਕੀਤਾ ਗਿਆ। ਇਹਦੀ ਕ੍ਰੀਏਸ਼ਨ ਜਿਹੜੀ ਸੀ ਖਾਲਸਾ ਪੰਥ ਦੀ ਉਹ 1699 ਈਸਵੀ ਦੇ ਵਿੱਚ ਕੀਤੀ ਗਈ ਸੀ ਅਨੰਦਪੁਰ ਸਾਹਿਬ ਦੇ ਵਿੱਚ ਆਫ ਦੀ ਡੇ ਆਫ ਵਿਸਾਖੀ, ਵਿਸਾਖੀ ਵਾਲੇ ਦਿਨ ਨੂੰ ਜਿਹੜਾ ਸੀਗਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਕਿਹਨਾਂ ਦੁਆਰਾ? ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਇੰਪੈਕਟ ਆਫ ਦੀ ਖਾਲਸਾ ਆਫ ਦੀ ਭੀਮ ਚੰਦ ਐਂਡ ਦੀ ਕਿੰਗ ਆਫ ਟੂ ਦੀ ਬਿਲਾਸਪੁਰ, ਵੀ ਜਿਹੜਾ ਭੀਮ ਚੰਦ ਸੀਗਾ ਬਿਲਾਸਪੁਰ ਦਾ ਰਾਜਾ ਸੀਗਾ ਉਹਦੇ ਉੱਤੇ ਕੀ ਇਫੈਕਟ ਪਿਆ ਸੀਗਾ ਜਦੋਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਰਾਜਾ ਜਿਹੜਾ ਬਿਲਾਸਪੁਰ ਦਾ ਭੀਮ ਚੰਦ ਸੀਗਾ ਉਹ ਹੌਰੀਫਾਈਡ ਡਿਊ ਟੂ ਦੀ ਕ੍ਰੀਏਸ਼ਨ ਆਫ ਟੂ ਦੀ ਖਾਲਸਾ ਪੰਥ, ਉਹ ਕਾਫੀ ਜ਼ਿਆਦਾ ਡਰ ਗਿਆ ਸੀਗਾ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਹੀ ਮੇਡ ਐਲੀਸ਼ਨਸ ਆਫ ਦੀ ਅਦਰ ਹਿਲ ਚੀਫਸ ਅਗੇਂਸਟ ਟੂ ਦੀ ਖਾਲਸਾ, ਅਤੇ ਉਹਨਾਂ ਨੇ ਕੀ ਸੀਗਾ ਪਹਾੜੀ ਰਾਜਿਆਂ ਨੂੰ ਉਸ ਦੇ ਖਿਲਾਫ ਕੀਤਾ ਤਾਂ ਜੋ ਕੀ ਆ ਉਹ ਖਾਲਸਾ ਪੰਥ ਨੂੰ ਰੋਕਿਆ ਜਾ ਸਕੇ। ਉਸ ਤੋਂ ਬਾਅਦ ਹੈ ਰਾਈਟ ਦੀ ਇਮੀਡੀਏਟ ਕਾਜ਼ ਆਫ ਟੂ ਦੀ ਬੈਟਲ ਆਫ ਟੂ ਦੀ ਭਗਾੜੀ ਦੀ ਜਿਹੜੀ ਲੜਾਈ ਹੋਈ ਸੀਗੀ ਉਹਦੇ ਕੀ ਕਾਰਨ ਸੀਗੇ। ਸਭ ਤੋਂ ਪਹਿਲੀ ਕਾਰਨ ਸੀਗਾ ਵੀ ਇੱਕ ਮੈਰਿਜ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀ ਸਨ ਆਫ ਰਾਜਾ ਆਫ ਦੀ ਬਿਲਾਸਪੁਰ ਦੇ ਰਾਜਾ ਦੁਆਰਾ, ਜਿਹੜੀ ਕਿ ਪ੍ਰੋਸੀਡ ਕਰ ਰਹੀ ਸੀਗੀ ਉਹਨਾਂ ਦੇ ਖਨਵਾਰ, ਜਿਹਦਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਆਫ ਸ਼੍ਰੀਨਗਰ ਦੇ ਵਿੱਚ ਉਹ ਵੇਟ ਕਰ ਰਹੇ ਸੀਗੇ ਉਹਨਾਂ ਦੇ ਵੈਲਕਮ ਦੇ ਲਈ। ਜਿਹੜੇ ਸਿੱਖ ਸੋਲਜਰ ਸੀਗੇ ਉਹਨਾਂ ਨੂੰ ਉੱਥੋਂ ਦੀ ਪਾਸ ਨਹੀਂ ਕਰਨ ਦਿੱਤਾ ਪਾਉਂਟਾ ਸਾਹਿਬ ਦੇ ਵਿੱਚੋਂ ਦੀ, ਤਾਂ ਕਰਕੇ ਜਿਹੜੇ ਸੀਗੇ ਉਹ ਇਮੀਡੀਏਟਲੀ ਇਹ ਲੜਾਈ ਦਾ ਕਾਰਨ ਬਣ ਗਈ, ਅਤੇ ਜਿਸ ਕਰਕੇ ਇਹ ਜਿਹੜੀ ਲੜਾਈ ਹੋਈ ਉਹ ਸ਼ੁਰੂ ਹੋਈ, ਅਤੇ ਜਿਹੜੇ ਪਹਾੜੀ ਰਾਜਾ ਸੀ ਉਹ ਭੀਮ ਚੰਦ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਸਾਜ਼ਿਸ਼ ਰਚਣੀਆਂ ਜਿਹੜੀਆਂ ਸੀਗੀਆਂ ਉਹ ਸ਼ੁਰੂ ਕਰ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਕਾਜ਼ ਆਫ ਦੀ ਬੈਟਲ ਆਫ ਨੰਦੇੜ, ਜਿਹੜੀ ਨੰਦੌੜ ਦੀ ਜਿਹੜੀ ਲੜਾਈ ਹੋਈ ਸੀਗੀ ਉਹਦਾ ਕੀ ਰੀਜ਼ਨ ਸੀਗੇ। ਜਿਹੜੇ ਰਾਜਾ ਸੀਗੇ ਪਹਾੜੀ ਰਾਜੇ ਸੀਗੇ ਉਹ ਫਰੈਂਡਸ਼ਿਪ ਬਣਾਉਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਦੇ ਕੰਸੀਡਰ ਗੁਰੂ ਸਾਹਿਬ ਦੀ ਪਾਵਰਫੁਲ ਦੈਟ ਟੂ ਦੀ ਦਸ ਦੇ ਟੁੱਕ ਦੇ ਕਰੇਜ ਐਂਡ ਰਿਫਿਊਜ਼ ਟੂ ਪੇ ਦੀ ਐਨੂਅਲ ਟ੍ਰਿਬਿਊਟ ਟੂ ਦੀ ਮੁਗਲ ਗੌਰਮੈਂਟ, ਵੀ ਜਿਹੜੇ ਹੁਣ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਮੰਨਿਆ ਵੀ ਉਹ ਇੱਕ ਪਾਵਰਫੁਲ ਰਾਜਾ ਸੀਗੇ, ਅਤੇ ਉਹਨਾਂ ਨੇ ਉਹਨਾਂ ਦੇ ਹੱਥ ਦੋਸਤੀ ਦਾ ਜਿਹੜਾ ਸੀਗਾ ਇੱਕ ਹੱਥ ਵਧਾਇਆ, ਅਤੇ ਉਹਨਾਂ ਨੇ ਜਿਹੜਾ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਜਿਹੜਾ ਸਾਲਾਨਾ ਕਰ ਸੀਗਾ ਉਹ ਦੇਣ ਤੋਂ ਮਨਾ ਕਰ ਦਿੱਤਾ। ਇਸ ਕਰਕੇ ਜਿਹੜੀ ਉਹ ਨੰਦੌੜ ਦੀ ਲੜਾਈ ਹੋਈ ਮੁਗਲਾਂ ਦੇ ਵਿਚਾਲੇ ਅਤੇ ਉਹ ਪਹਾੜੀ ਰਾਜਿਆਂ ਦੇ ਵਿਚਾਲੇ। ਗੁਰੂ ਗੋਬਿੰਦ ਸਿੰਘ ਜੀ ਨੇ ਜੁਆਇਨ ਕੀਤਾ ਉਹ ਪਹਾੜੀ ਰਾਜਿਆਂ ਨੂੰ ਅਤੇ ਉਹਨਾਂ ਦੀ ਹੈਲਪ ਕੀਤੀ ਉਸ ਲੜਾਈ ਦੇ ਵਿੱਚ। ਉਸ ਤੋਂ ਬਾਅਦ ਹੈ ਵਟ ਡੂ ਯੂ ਮੀਨ ਬਾਈ ਦੀ ਪ੍ਰੀ ਖਾਲਸਾ ਪੀਰੀਅਡ ਐਂਡ ਲਿਟਰਲ ਖਾਲਸਾ ਪੀਰੀਅਡ, ਤੁਸੀਂ ਕੀ ਜਾਣਦੇ ਹੋ ਵੀ ਇੱਕ ਖਾਲਸਾ ਪੰਥ ਤੋਂ ਪੂਰਬ ਵਾਲਾ ਟਾਈਮ ਅਤੇ ਇੱਕ ਉਸ ਤੋਂ ਬਾਅਦ ਵਾਲਾ ਟਾਈਮ। ਇਹਦਾ ਮਤਲਬ ਕੀ ਆ ਵੀ ਜਦੋਂ ਗੁਰਗੱਦੀ ਜਿਹੜੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਬਿਫੋਰ ਜਿਹੜਾ ਕ੍ਰੀਏਸ਼ਨ ਸੀਗਾ ਉਹ ਪੀਰੀਅਡ ਉਹਨਾਂ ਦੇ
ਗੁਰਗੱਦੀ ਤੋਂ ਪਹਿਲਾਂ ਦਾ ਜਿਹੜਾ ਟਾਈਮ ਸੀਗਾ ਉਸ ਸਮੇਂ ਜਦੋਂ ਖਾਲਸਾ ਦੀ ਕ੍ਰੀਏਸ਼ਨ ਨਹੀਂ ਹੋਈ ਸੀ ਤਾਂ ਉਹਨੂੰ ਪ੍ਰੀ ਖਾਲਸਾ ਪੀਰੀਅਡ ਕਿਹਾ ਗਿਆ, ਅਤੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕਰ ਦਿੱਤੀ ਗਈ ਤਾਂ ਉਸ ਨੂੰ ਲਿਟਲ ਖਾਲਸਾ ਪੀਰੀਅਡ ਕਿਹਾ ਜਾਣ ਲੱਗਿਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਅਰਲੀਅਰ ਨੇਮ ਆਫ ਦੀ ਮੁਕਤਸਰ, ਵਾਈ ਇਜ਼ ਦੀ ਨੇਮ ਸੋ, ਵੀ ਮੁਕਤਸਰ ਦਾ ਜਿਹੜਾ ਪਹਿਲਾ ਨਾਮ ਕੀ ਸੀਗਾ ਅਤੇ ਹੁਣ ਉਹਦਾ ਨਾਮ ਇਹ ਕਿਉਂ ਰੱਖਿਆ ਗਿਆ। ਇਸ ਦਾ ਪਹਿਲਾ ਨਾਮ ਜਿਹੜਾ ਸੀ ਉਹ ਖਦਰਾਣਾ ਸੀਗਾ, ਅਤੇ ਇੱਥੇ 40 ਸਿੱਖੇ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੀ ਸੈਕਿੰਡ ਲੜਾਈ ਹੋਈ ਸੀ, ਸੈਕਿੰਡ ਬੈਟਲ ਹੋਈ ਸੀ ਅਨੰਦਪੁਰ ਸਾਹਿਬ ਦੇ ਵਿੱਚ 1704 ਦੇ ਵਿੱਚ, ਉਹਨਾਂ ਨੂੰ ਛੱਡ ਗਏ ਸੀਗੇ ਅਤੇ ਉਹ ਵਾਪਸ ਗੁਰੂ ਜੀ ਕੋਲ ਆਏ ਸੀਗੇ। ਉਹਨਾਂ ਨੂੰ ਆਪਣੀ ਮਿਸਟੇਕ ਜਿਹੜੀ ਸੀ ਉਹ ਰਿਅਲਾਈਜ਼ ਹੋਈ ਅਤੇ ਉਹ ਇਸ ਲੜਾਈ ਦਾ ਹਿੱਸਾ ਬਣੇ ਅਤੇ ਖਦਰਾਣਾ ਦੇ ਵਿੱਚ ਉਹਨਾਂ ਨੇ ਮੁਗਲਾਂ ਦੇ ਖਿਲਾਫ ਜਿਹੜੀ ਆ ਉਹ ਸ਼ਹਾਦਤ ਪ੍ਰਾਪਤ ਕੀਤੀ, ਅਤੇ ਇਹਨਾਂ 40 ਮੁਕਤਿਆਂ ਦੀ ਸ਼ਹਾਦਤ ਨੂੰ ਇਹਨਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ। ਅਤੇ ਇਸ ਕਰਕੇ ਜਿਹੜਾ ਸੀਗਾ ਮੁਕਤਿਆਂ ਦਾ ਮਤਲਬ ਵੀ ਜਿਹੜੇ ਇਸ ਦੁਨੀਆਦਾਰੀ ਤੋਂ ਅਲੱਗ ਹੋ ਚੁੱਕੇ ਨੇ ਅਤੇ ਹੁਣ ਉਹ ਰੱਬ ਦੇ ਕੋਲ ਰਹਿਣਗੇ, ਤਾਂ ਉਹਨਾਂ ਨੂੰ ਨਾਮ ਦਿੱਤਾ ਗਿਆ। ਅਤੇ ਇਸ ਕਰਕੇ ਇਸ ਪਲੇਸ ਦਾ ਨਾਮ ਜਿਹੜਾ ਸੀ ਉਹ ਖਦਰਾਣਾ ਤੋਂ ਬਦਲ ਕੇ ਮੁਕਤਸਰ ਰੱਖਿਆ ਗਿਆ, ਜਿਹੜਾ ਕਿ ਇੱਕ ਮੈਮਰੀ ਸੀਗੀ 40 ਯੋਧਿਆਂ ਦੀ ਜਾਂ 40 ਸਿੱਖਾਂ ਦੀ, ਜਿਨ੍ਹਾਂ ਨੇ ਕੀ ਆ ਗੁਰੂ ਜੀ ਦੇ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਇੰਨਾ ਕੰਮ ਕੀਤਾ ਗਿਆ। ਤਾਂ ਕਰਕੇ ਜਿਹੜਾ ਸੀ ਖਦਰਾਣੇ ਨੂੰ ਅੱਜ ਦੇ ਨਾਮ ਨਾਲ ਕਿਹਦੇ ਨਾਮ ਨਾਲ ਜਾਣਿਆ ਜਾਂਦਾ ਵਾ, ਮੁਕਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਉਸ ਤੋਂ ਬਾਅਦ ਹੈ ਟੂ ਵੂਮ ਗੁਰੂ ਗੋਬਿੰਦ ਸਿੰਘ ਜੀ ਵਾਜ਼ ਰਾਈਟ ਅ ਲੈਟਰ ਨੇਮਡ ਜਫਰਨਾਮਾ। ਜਫਰਨਾਮਾ ਗੁਰੂ ਜੀ ਨੇ ਕਿਹਨੂੰ ਲਿਖਿਆ ਸੀ? ਜਫਰਨਾਮਾ ਜਿਹੜਾ ਸੀਗਾ ਉਹ ਮੁਗਲ ਸ਼ਾਸਕ ਜਿਹੜੇ ਸੀ ਔਰੰਗਜ਼ੇਬ ਨੂੰ ਲਿਖਿਆ ਸੀ, ਤਾਂ ਜੋ ਕੀ ਆ ਵੀ ਉਹਨੂੰ ਉਹਦੀਆਂ ਗਲਤੀਆਂ ਦਾ ਰਿਅਲਾਈਜ਼ ਕਰਾਇਆ ਜਾ ਸਕੇ ਵੀ ਉਹਨੇ ਕਿੰਨੇ ਪਾਪ ਕੀਤੇ ਨੇ ਅਤੇ ਉਸ ਦੇ ਪਾਪਾਂ ਦੇ ਨਾਲ ਕਿੰਨੇ ਲੋਕਾਂ ਨੂੰ ਕਿੰਨੀ ਜ਼ਿਆਦਾ ਤਬਾਹੀਆਂ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਹੈ ਰਾਈਟ ਦੀ ਨੇਮ ਆਫ ਦੀ ਗੁਰੂ ਗੋਬਿੰਦ ਸਿੰਘ ਜੀ ਦਾ 4 ਫੇਮਸ ਕੰਪੋਜੀਸ਼ਨ, ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀਆਂ 4 ਰਚਨਾਵਾਂ, 4 ਪ੍ਰਸਿੱਧ ਰਚਨਾਵਾਂ ਬਾਰੇ ਤੁਸੀਂ ਨਾਮ ਦੱਸਣਾ ਵਾ। ਉਹਨਾਂ ਦੇ ਵਿੱਚ ਹੈ ਜਪ ਸਾਹਿਬ, ਜਫਰਨਾਮਾ, ਅਕਾਲ ਤਖਤ ਅਤੇ ਸ਼ਸਤਰਨਾਮਾ ਮਾਲਾ। ਇਹ ਜਿਹੜੇ ਸੀਗੇ 4 ਮੇਨ ਜਿਹੜੀਆਂ ਫੇਮਸ ਉਹਨਾਂ ਦੀਆਂ ਕੰਪੋਜੀਸ਼ਨ ਸੀਗੀਆਂ, ਜਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਦੀਆਂ 4 ਜਿਹੜੀਆਂ ਬਾਣੀਆਂ ਸੀਗੀਆਂ। ਲਾਸਟ ਕੁਐਸਚਨ ਆਫ ਦੇ ਸੈਸ਼ਨ ਦਾ, ਗੁਰੂ ਗੋਬਿੰਦ ਸਿੰਘ ਜੀ ਵਾਜ਼ ਕਾਲਡ ਟੂ ਦੀ ਫਾਊਂਡਰ ਆਫ ਟੂ ਦੀ ਡੈਮੋਕ੍ਰੈਟਿਕ ਸਿਸਟਮ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਲੋਕਤੰਤਰ ਪ੍ਰਣਾਲੀ ਦਾ ਮੋਢਾ ਕਿਹਾ ਜਾਂਦਾ ਵਾ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਫਾਈਨਲ ਯੂਨੀਅਨ ਜਿਹੜੀ ਸੀਗੀ ਉਹ ਡਿਵਾਈਨ ਸੀਗੀ, ਡਿਵਾਈਨ ਪਾਵਰ ਆਫ ਵੇਅਰ ਦੇ 5-6 ਗੈਦਰ ਐਂਡ ਟੇਕ ਦੀ ਕਲੈਕਸ਼ਨ ਆਫ ਟੂ ਦੀ ਡਿਸੀਜ਼ਨ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਆਪਣੀ ਇੱਕ ਡਿਵਾਈਨ ਪਾਵਰ ਯਾਨੀ ਕਿ ਇੱਕ ਯੂਨੀਅਨ ਬਣਾਈ ਹੋਈ ਸੀ, ਜਿਹਦੇ ਵਿੱਚ 5 ਸਿੱਖ ਬੈਠ ਕੇ ਇੱਕ ਡਿਸੀਜ਼ਨ ਲੈਂਦੇ ਹੁੰਦੇ ਸੀ, ਅਤੇ ਉਹਨਾਂ ਦੀ ਜਿਹੜੇ ਰਿਸਪੈਕਟ ਸੀਗੀ ਉਹ ਕਮਾਂਡ ਦੀ ਗੁਰੂ ਗੋਬਿੰਦ ਸਿੰਘ ਜੀ ਆਪ ਦਿੰਦੇ ਸੀਗੇ। ਤਾਂ ਇਹ ਚੀਜ਼ਾਂ ਇੱਕ ਐਵੀਡੈਂਸ ਦਿੰਦੀਆਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਲੋਕਤੰਤਰੀ ਪ੍ਰਣਾਲੀ ਦੀ ਜਿਹੜੀ ਸਿਸਟਮ ਚਲਾਇਆ ਸੀ ਸਿੱਖਾਂ ਦੇ ਵਿੱਚ, ਅਤੇ ਇਹ ਸਿਸਟਮ ਅੱਗੇ ਤੋਂ ਬਾਅਦ ਮੋਡੀਫਾਈ ਹੁੰਦਾ ਗਿਆ। ਜਿਹੜਾ ਅੱਜ ਸਾਡਾ ਦੇਸ਼ ਜਿਹੜਾ ਵਾ ਉਹ ਲੋਕਤੰਤਰਿਕ ਦੇਸ਼ ਬਣਿਆ ਵਾ, ਉਹ ਵੀ ਉਸ ਇੱਕ ਚੀਜ਼ ਦਾ ਹੀ ਇੱਕ ਪਾਰਟ ਬਣਿਆ ਵਾ। ਇਹ ਸੀਗਾ ਅੱਜ ਦਾ ਸੈਸ਼ਨ। ਮੈਨੂੰ ਪਤਾ ਵੀ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ SST ਪੜ੍ਹਨ ਦੇ ਲਈ, ਬਟ ਮੈਂ ਇਸ ਦੇ ਲਈ ਇੱਕ ਜ਼ਬਰਦਸਤ ਜਿਹੜੇ ਸੈਸ਼ਨ ਨੇ ਉਹ ਲੈ ਕੇ ਆ ਰਿਹਾ ਹਾਂ। ਤੁਹਾਡੇ ਪੰਜਾਬੀ ਦੇ ਵਿੱਚ ਇੱਕ ਨਵਾਂ ਸੈਸ਼ਨ ਮਿਲਿਆ ਹੋਊਗਾ ਜਿਹਦੇ ਵਿੱਚ ਅਸੀਂ ਰਿਵੀਜ਼ਨ ਕਰ ਰਹੇ ਹਾਂ, ਅਤੇ ਆਈ ਹੋਪ ਉਹ ਵੀ ਵਧੀਆ ਲੱਗਿਆ ਹੋਊ ਬੱਚਿਆਂ ਨੂੰ। ਅਤੇ ਇਸੇ ਤਰੀਕੇ ਨਾਲ ਹੁਣ ਜਿਹੜਾ ਇੰਗਲਿਸ਼ ਮੀਡੀਅਮ ਦਾ ਸੈਸ਼ਨ ਆ ਉਹ ਵੀ ਇਸ ਤਰੀਕੇ ਨਾਲ ਹੀ ਕੰਡਕਟ ਕੀਤਾ ਜਾਊ, ਅਤੇ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਨੂੰ ਵੀ ਉਹਨਾਂ ਦੀ ਪ੍ਰੋਬਲਮਾਂ ਨੂੰ ਦੂਰ ਕੀਤਾ ਜਾਊ। ਸਭ ਤੋਂ ਪਹਿਲਾਂ ਅਸੀਂ ਸਿਲੇਬਸ ਕੰਪਲੀਟ ਕਰਾਂਗੇ, ਦੈਨ ਫਿਰ ਅਸੀਂ ਰਿਵੀਜ਼ਨ ਟੈਸਟ ਦੇ ਨਾਲ ਹੀ ਸਾਡੇ ਜਿਹੜੇ ਮੌਕ ਟੈਸਟ ਨੇ ਉਹਨੂੰ ਵੀ ਕਰਦੇ ਰਹਾਂਗੇ, ਤਾਂ ਜੋ ਕੀ ਹੈ ਤੁਹਾਨੂੰ ਕਿਸੇ ਚੀਜ਼ ਦੀ ਵੀ ਪ੍ਰੋਬਲਮ ਨਾ ਆਵੇ। ਜੇਕਰ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਨਾਲ ਜੁੜੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।